किसान ये आइसक्रीम खाण नूं तैयार नहीं, ये जबरदस्ती किसान नूं कहंदे तू आइसक्रीम खा, साडा इहदे नाल गला खराब हो जाऊगा, असीं ये आइसक्रीम नहीं खानी। आज पूरी मंडियों के अंदर, पूरे हरियाणा के अंदर कहीं पर भी फसल जो है MSP पे नहीं बिक रही है। अगर ये अपनी जबान का धनी है तो इसको इस्तीफा दे देना चाहिए। नमस्कार, स्वागत आपके हरियाणा पे। मैं हूं आपके साथ रमेश जाखड़ और इस वक्त मैं मौजूद हूं रानिया विधानसभा के गांव गोविंदपुरा में। और यहां पे आपको बता दूं कि उप मुख्यमंत्री दुष्यंत चौटाला का रानिया में एक कार्यक्रम रखा गया था और उस कार्यक्रम का में शामिल होने के लिए दुष्यंत चौटाला जैसे यहां से निकलने वाले थे तो यहां पे तमाम किसान आप देख सकते हैं अपने हाथों में काले झंडे लिए हुए यहां पे खड़े हुए हैं और भारतीय किसान यूनियन का अपना जो बैनर है वो लिए हुए यहां पे लगातार नारेबाजी कर रहे हैं। मोदी तेरी कब्र खुदेगी, आज नहीं तो कल खुदेगी। मोदी तेरी कब्र खुदेगी, आज नहीं तो कल खुदेगी। चलिए, दुष्यंत चौटाला और मुख्यमंत्री मनोहर लाल खट्टर और नरेंद्र मोदी प्रधानमंत्री के खिलाफ नारेबाजी किसानों की आप देख सकते हैं कितना विरोध किसान जो है वो लगातार सरकार का करते आ रहे हैं। जैसे आज गांव-गांव में विदित था कि गांव-गांव में किसान जो है वो दशहरे के दिन मोदी रूपी रावण को जो है वो जलाने का, पुतला फूंकने का कार्यक्रम रखा गया था। वो तस्वीरें में मैंने आपको दिखाई और जैसे ही आज उप मुख्यमंत्री दुष्यंत चौटाला का रानिया में कार्यक्रम रखा गया तो किसानों ने विरोध स्वरूपी यहाँ पे इकट्ठा होना शुरू हो गए। हालांकि अभी जो सुनने में चर्चा ये आ रही है कि दुष्यंत चौटाला का कार्यक्रम जो है वो स्थगित कर दिया गया, रद्द कर दिया गया है, लेकिन उसके बाद यहाँ पे तमाम किसान जो है वो क्या कुछ प्रतिक्रिया देते हैं, चलिए उनसे जानते हैं। क्या नाम है जी आपका? मेरा नाम बलजिंदर सिंह जी। बलजिंदर सिंह जी, दुष्यंत चौटाला जी ने ਅੱਜ ਆਉਣਾ ਸੀ ਇੱਥੇ ਤੇ ਤੁਸੀਂ ਕਾਹਦੇ ਵਾਸਤੇ ਇੱਥੇ ਇਕੱਠੇ ਹੋਏ ਸੀ? ਉਹਨਾਂ ਦੇ ਵਿਰੋਧ 'ਚ? ਬਿਲਕੁਲ ਜੀ, ਬਿਲਕੁਲ। ਜਿਹੜੇ 3 ਕਾਲੇ ਕਾਨੂੰਨ ਬਣੇ ਨੇ, ਦੁਸ਼ਯੰਤ ਚੌਟਾਲਾ ਭਾਜਪਾ ਦੇ ਨਾਲ ਰਲ ਕੇ ਉਹਨਾਂ ਦਾ ਸਮਰਥਨ ਕਰ ਰਿਹਾ ਹੈ। ਕਿਸਾਨਾਂ ਦੇ ਵਾਸਤੇ ਉਹ ਘਾਤਕ ਨੇ, ਸਾਡਾ ਉਹ ਮੌਤ ਦੇ ਵਾਰੰਟ ਨੇ। ਇਹ ਸਮਝਦੇ ਹੋਇਆ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਵਾਸਤੇ, ਕਿਸਾਨੀ ਨੂੰ ਬਚਾਉਣ ਵਾਸਤੇ ਇੱਥੇ ਸਾਰੇ ਜਿਹੜੇ ਨੇ ਖੜੇ ਹੋਏ ਸੀ। ਪੱਕਾ ਮੋਰਚਾ ਜਿਹੜਾ ਸਿਰਸੇ ਵਿੱਚ ਲੱਗਾ ਹੋਇਆ ਹੈ ਉਹਦੇ ਵਿੱਚ ਵੀ ਸ਼ਮੂਲੀਅਤ ਦੇ ਸਾਰੇ ਕਿਸਾਨ ਕਰਦੇ ਨੇ ਇਲਾਕੇ ਦੇ। ਜਿਨ੍ਹਾਂ ਨੂੰ ਭਾਜਪਾ ਦੇ ਲੋਕ ਦਲਾਲ ਦੱਸਦੇ ਨੇ, ਉਹ ਦਲਾਲ ਨਹੀਂ, ਉਹ ਕਿਸਾਨ ਨੇ ਜਿਹੜਾ ਦੇਸ਼ ਨੂੰ ਅੰਨ ਦਿੰਦਾ ਹੈ, ਪੂਰੇ ਦੇਸ਼ ਨੂੰ ਦਿੰਦਾ ਹੈ ਤੇ ਜੀਵ ਜੰਤੂਆਂ ਨੂੰ ਦਿੰਦਾ ਹੈ। ਉਹਨਾਂ ਨੂੰ ਇਹ ਦਲਾਲ ਦੱਸਦੇ ਨੇ, ਉਹਨਾਂ ਨੂੰ ਅਹਿਸਾਸ ਕਰਾਉਣ ਵਾਸਤੇ ਕਿ ਦਲਾਲ ਨਹੀਂ, ਇਹ ਕਿਸਾਨ ਨੇ। ਅੱਖਾਂ ਖੋਲ ਕੇ ਵੇਖੋ। ਸੁਣਨ 'ਚ ਇਹ ਵੀ ਆ ਰਿਹਾ ਜੀ ਕਿ ਦੁਸ਼ਯੰਤ ਚੌਟਾਲਾ ਦਾ ਪ੍ਰੋਗਰਾਮ ਜਿਹੜਾ ਹੈ ਉਹ ਕੈਂਸਲ ਹੋ ਗਿਆ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ? ਜੇ ਕੈਂਸਲ ਹੋ ਗਿਆ ਤਾਂ ਕੋਈ ਗੱਲ ਨਹੀਂ, ਕੈਂਸਲ ਉਹਨੇ ਸਾਡਾ ਵਿਰੋਧ ਵੇਖਦੇ ਆ ਆਪਦਾ ਹੋ ਸਕਦਾ ਕਰ ਦਿੱਤਾ ਹੋਵੇ, ਕਿਉਂਕਿ 6 ਨੂੰ ਵੀ ਜਿਸ ਦਿਨ ਅਸੀਂ ਉੱਥੇ ਗਏ ਸੀ ਸਰਸੇ, ਇਹਨੇ ਪਹਿਲਾਂ ਤਾਂ ਸੱਦਾ ਦਿੱਤਾ ਸੀ ਵੀ ਕਿਸਾਨ ਮੇਰੇ ਘਰੇ ਆਉਣ, ਮੈਂ ਦਰੀਆਂ ਵਿਛਾ ਕੇ ਉਹਨਾਂ ਦਾ ਸਵਾਗਤ ਕਰਾਂਗਾ। ਮੁੜ ਕੇ ਸਵਾਗਤ ਇਹਨੇ ਗੋਲੇ ਮਾਰ ਕੇ, ਅਥਰੂ ਗੈਸ ਦੇ ਤੇ ਪਾਣੀ ਦੀਆਂ ਬੁਛਾਰਾਂ ਪਾ ਕੇ ਸਾਡੇ ਉੱਤੇ ਇਹਨੇ ਸਾਡਾ ਸਵਾਗਤ ਕੀਤਾ ਸੀ। ਪਰ ਅਸੀਂ ਇਦਾਂ ਦਾ ਕੁਝ ਨਹੀਂ ਸੀ ਇਹਦੇ ਨਾਲ ਕਰਨਾ, ਅਸੀਂ ਤਾਂ ਸਿਰਫ ਕਾਲੇ ਝੰਡੇ ਦਿਖਾ ਕੇ ਨਾਅਰੇਬਾਜ਼ੀ ਕਰਨੀ ਸੀ, ਇਹਨੂੰ ਅਹਿਸਾਸ ਕਰਵਾਉਣਾ ਸੀ ਵੀ ਤੂੰ ਦੇਵੀ ਲਾਲ ਦਾ ਖੂਨ ਹੈ, ਦੇਵੀ ਲਾਲ ਕਿਸਾਨਾਂ ਦੇ ਨਾਲ ਖੜਦਾ ਸੀ, ਅੱਜ ਤੂੰ ਕਿਹੜੇ ਪਾਸੇ ਜਾ ਕਰਕੇ ਬਹਿ ਗਿਆ, ਸਾਡੇ ਕਿਸਾਨਾਂ ਦੇ ਵਿਰੋਧੀਆਂ ਦੇ ਹੱਕ ਦੇ ਵਿੱਚ ਬਹਿ ਗਿਆ। ਧੰਨਵਾਦ ਗੱਲਬਾਤ ਵਾਸਤੇ। ਵੀਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਦੁਸ਼ਯੰਤ ਚੌਟਾਲਾ ਨੇ ਕਿਸਾਨਾਂ ਦੇ ਵਿਰੋਧ ਦੇ ਕਰਕੇ ਪ੍ਰੋਗਰਾਮ ਕੈਂਸਲ ਕੀਤਾ ਹੈ ਜਾਂ ਫਿਰ ਕੋਈ ਹੋਰ ਕਾਰਨ ਮੰਨਦੇ ਹੋ ਤੁਸੀਂ? ਬਿਲਕੁਲ ਸਰ, ਇਹਦੇ ਵਿੱਚ ਕੋਈ ਦੋ ਰਾਏ ਵਾਲੀ ਗੱਲ ਹੀ ਨਹੀਂ ਹੈਗੀ, ਕਿਉਂਕਿ ਜਦੋਂ ਦਾ ਸਾਡਾ ਸੰਘਰਸ਼ ਚਾਲੂ ਹੋਇਆ, ਸਰਸੇ ਦਾ ਸਾਡਾ ਪੱਕਾ ਮੋਰਚਾ ਚਾਲੂ ਹੋਇਆ ਆ, ਉਦੋਂ ਤੋਂ ਦੇਖਿਆ ਇਹ ਦਾਦਾ ਪੋਤਾ ਜਿਹੜੇ ਸਾਡੇ ਤੋਂ ਮੂੰਹ ਲੁਕਾਉਂਦੇ ਫਿਰਦੇ, ਚਾਹੇ ਰਣਜੀਤ ਚੌਟਾਲਾ ਆ, ਚਾਹੇ ਦੁਸ਼ਯੰਤ ਚੌਟਾਲਾ ਆ, ਕਿਉਂਕਿ ਸਰਸੇ ਦੇ ਲੋਕਾਂ ਨੇ ਜਾਂ ਮੰਨ ਲਓ ਖਾਸ ਤੌਰ ਤੇ ਜਿਹੜੀ ਦੁਸ਼ਯੰਤ ਨੂੰ ਜਾਂ ਰਣਜੀਤ ਨੂੰ ਵੋਟਾਂ ਪਾਈਆਂ ਉਹ ਇਸੇ ਕਰਕੇ ਪਾਈਆਂ ਆ ਕਿ ਸਾਡੀ ਜਿਹੜੀ ਕਿਸਾਨੀ ਬਚੀ ਰਹੇ, ਕਿਉਂਕਿ ਇਹਨਾਂ ਨੇ ਕਿਸਾਨਾਂ ਦਾ ਚਿਹਰਾ ਮੋਹਰੇ ਰੱਖ ਕੇ ਸਾਡੇ ਕੋਲ ਵੋਟਾਂ ਲਈਆਂ ਸੀ। ਔਰ ਅੱਜ ਜੇ ਕਿਤੇ ਇਹ ਸਰਕਾਰ ਦੇ ਮੂੰਹ ਤੇ ਥੱਪੜ ਮਾਰਦੇ, ਸਰਕਾਰ ਨੂੰ ਅਸਤੀਫਾ ਦਿੰਦੇ, ਤਾਂ ਜਿੱਦਾਂ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ, ਚਾਹੇ ਉਹ ਕੱਖ ਦਾ ਬਿੱਲ ਆ ਚਾਹੇ ਲੱਖ ਦਾ ਆ, ਉਹਨਾਂ ਨੇ ਇੱਕ ਵਿਰੋਧਤਾ ਦਿਖਾਈ ਆ ਸੈਂਟਰ ਦੇ ਕਾਲੇ ਕਾਨੂੰਨ ਦੀ। ਇੱਦਾਂ ਹੀ ਜੇ ਕਿਤੇ ਸਾਡਾ ਇੱਥੇ ਵੀ ਸਾਡੀ ਸਰਕਾਰ ਸਥਗਿਤ ਹੋ ਜਾਂਦੀ ਜਾਂ ਕਿਸੇ ਤਰ੍ਹਾਂ ਵਿਰੋਧਤਾ ਦਾ ਉੱਤੋਂ ਤੱਕ ਸਾਡੇ ਚਾਨਣ ਪਹੁੰਚ ਜਾਂਦਾ ਸੈਂਟਰ ਦੀਆਂ ਸਰਕਾਰਾਂ ਤੱਕ, ਤਾਂ ਸਾਡਾ ਕਿਤੇ ਨਾ ਕਿਤੇ ਸਾਡਾ ਜਿਹੜਾ ਅੰਦੋਲਨ ਸੀ ਉਹ ਸਫਲ ਹੋ ਸਕਦਾ ਸੀ। ਪਰ ਇਹਨਾਂ ਨੇ ਸਾਡੀ ਪਿੱਠ ਵਿੱਚ ਛੁਰਾ ਖੋਪਣ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਆ, ਸਾਡੇ ਕੋਲ ਵੋਟਾਂ ਲੈ ਕੇ ਕਿਸਾਨੀ ਦੇ ਨਾਂ 'ਤੇ ਸਾਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਆ। ਸੋ ਇਹਨਾਂ ਦਾ ਵਿਰੋਧ ਕਰਨਾ ਤਾਂ ਸਾਡਾ ਸਮਝ ਲਓ ਹੁਣ ਜਨਮ ਸਿੱਧ ਅਧਿਕਾਰ ਬਣ ਗਿਆ ਆ, ਕਿਉਂਕਿ ਇਹਨਾਂ ਦਾ ਪੈਰ ਪੈਰ 'ਤੇ
ਵਿਰੋਧ ਕਰਾਂਗੇ। ਅੱਜ ਸਾਡੇ ਪਿੰਡ 'ਚ ਪੋਸਟਰ ਵੀ ਲੱਗ ਜਾਣਗੇ ਕਿ ਇਹਨਾਂ ਦਾ ਪਿੰਡ 'ਚ ਆਉਣਾ, ਜਿੰਨੀਆਂ ਵੀ ਰਵਾਇਤੀ ਪਾਰਟੀਆਂ ਆ, ਇੱਕ ਪਾਰਟੀ ਨਹੀਂ, ਜਿੰਨੀਆਂ ਵੀ ਰਵਾਇਤੀ ਪਾਰਟੀਆਂ ਆ, ਉਹ ਕਿਸੇ ਦਾ ਵੀ ਪਿੰਡ ਦੇ ਵਿੱਚ ਸਾਡੇ ਆਉਣਾ ਜਿਹੜਾ ਪੂਰੇ ਤੌਰ ਤੇ ਬੈਨ ਕੀਤਾ ਜਾਊਗਾ। ਚਲਿए ਧੰਨਵਾਦ ਵੀਰ ਜੀ। ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਦੁਸ਼ਯੰਤ ਚੌਟਾਲਾ ਤੇ ਰਣਜੀਤ ਚੌਟਾਲਾ ਦੀ ਇਸਤੀਫੇ ਦੀ ਮੰਗ ਨੂੰ ਲੈ ਕੇ ਕਿਸਾਨ ਜਿਹੜੇ ਹੈ ਉਹ ਪਿਛਲੇ ਕਾਫੀ ਦਿਨਾਂ ਤੋਂ ਧਰਨੇ ਤੇ ਬੈਠੇ ਹੋਏ ਹੈ, ਤੇ ਉਹਨਾਂ ਤੋਂ ਇਸਤੀਫਾ ਲੈਣ ਤੋਂ ਕੀ ਤੁਹਾਨੂੰ ਲੱਗਦਾ ਹੈ ਕਿ ਇਹਦਾ ਜਿਹੜਾ ਸਮਾਧਾਨ ਹੈ ਕਿਸਾਨਾਂ ਦਾ ਹੋ ਸਕਦਾ ਹੈ? ਦੇਖੋ, ਬੀਜੇਪੀ ਔਰ ਮੋਦੀ ਜਿਹੜਾ ਹੈ ਉਹ ਤਾਂ ਕਿਸਾਨ ਵਿਰੋਧੀ ਪਾਰਟੀ ਸ਼ੁਰੂ ਤੋਂ ਹੀ ਹੈ, ਸਾਰੇ ਕਹਿੰਦੇ ਆ। ਪਰ ਜਿਹੜੀਆਂ ਇਹ ਦੋ ਬੰਦੇ ਸੀਗੇ, ਇਹਨਾਂ ਨੇ ਬੀਜੇਪੀ ਦਾ ਵਿਰੋਧ ਕਰਕੇ ਲੋਕਾਂ ਕੋਲ ਵੋਟਾਂ ਲਈਆਂ ਸੀ, ਇਸ ਕਰਕੇ ਇਹਨਾਂ ਤੇ ਲੋਕਾਂ ਨੂੰ ਉਮੀਦ ਸੀ ਕਿ ਇਹ ਕਿਸਾਨਾਂ ਦਾ ਸਾਥ ਦੇਣਗੇ। ਪਰ ਇਹਨਾਂ ਨੇ ਕੁਰਸੀ ਦੇ ਲਾਲਚ ਵਿੱਚ, ਪੈਸੇ ਦੇ ਲਾਲਚ ਵਿੱਚ ਇਹ ਸਾਰਾ ਕੁਝ ਭੁੱਲ ਗਏ ਆ, ਹੁਣ ਉਹਨਾਂ ਦਾ ਸਾਥ ਦੇ ਰਿਹਾ। ਉਸ ਤੋਂ ਇਲਾਵਾ ਗੱਲ ਇਹ ਕਿ ਕਿਸਾਨ ਸਾਰੇ ਸੜਕਾਂ 'ਤੇ ਬੈਠੇ ਆ, ਔਰ ਮੋਦੀ ਸਰਕਾਰ ਕੀ ਕਰ ਰਹੀ ਆ, ਬੈਕਡੋਰ ਤੋਂ ਉਹਨਾਂ ਰਿਲਾਇੰਸ ਇੰਡਸਟਰੀ ਨੂੰ ਫੇਰ ਜ਼ਿਆਦਾ ਤੋਂ ਜ਼ਿਆਦਾ ਲੋਨ ਦੇ ਰਹੀ ਆ। ਪਿਛਲੇ ਦਿਨਾਂ ਵਿੱਚ ਤੁਸੀਂ ਖਬਰ ਸੁਣੀ ਹੋਣੀ ਆ, $1 ਮਿਲੀਅਨ ਦਾ ਉਹਨਾਂ ਨੇ ਉਹਨੂੰ 1% ਦੇ ਉੱਤੇ ਲੋਨ ਦਿੱਤਾ ਹੈ। ਜਦੋਂ ਅਸੀਂ ਆਮ ਬੰਦਾ ਲੋਨ ਲੈਣ ਜਾਂਦਾ ਉਹ 10% 12% ਤੇ ਦਿੰਦੇ ਆ, 1% ਤੇ ਉਹਨਾਂ ਦਾ ਕੀ ਮਾਰਜਨ ਹੋਇਆ? ਜੇ ਉਹ ਅੱਗੇ ਆਪਦਾ ਯੂਜ਼ ਕਰਕੇ 4 ਸਾਲਾਂ ਨੂੰ ਉਹ ਤੋਂ ਕਈ ਗੁਣਾ ਜ਼ਿਆਦਾ ਪੈਸਾ ਬਣਾ ਲੈਣਗੇ। ਇਸ ਕਰਕੇ ਇਹ ਸਰਕਾਰ ਬਿਲਕੁਲ ਕਿਸਾਨ ਵਿਰੋਧੀ ਸਾਬਤ ਹੋ ਚੁੱਕੀ ਆ। ਇਹ ਜਿਹੜੇ 2-3 ਲੀਡਰ ਆ, ਇਹ ਬਿਲਕੁਲ ਹੀ ਝੂਠੇ ਤੇ ਨਕਾਰਾ ਸਾਬਤ ਹੋ ਚੁੱਕੇ ਆ। ਇਸ ਕਰਕੇ ਇਹਨਾਂ ਦਾ ਇੰਨਾ ਜ਼ਿਆਦਾ ਵਿਰੋਧ ਹੈ। अच्छा वीर जी, एक आखिरी सवाल करांगा मैं। सरकार कह रही है कि ये ਜਿਹੜੇ ਬਿੱਲ ਸਰਕਾਰ ਲੈ ਕੇ ਆਈ ਹੈ ਕੇਂਦਰ ਸਰਕਾਰ, ਇਹ ਕਿਸਾਨਾਂ ਦੇ ਹੱਕ ਵਿੱਚ ਨੇ। ਹਾਲਾਂਕਿ ਕਿਸਾਨ ਇਹਨਾਂ ਦਾ ਵਿਰੋਧ ਕਰ ਰਹੇ ਨੇ, ਭਾਵੇਂ ਹੱਕ ਵਿੱਚ ਹੈ ਫਿਰ ਵੀ ਵਿਰੋਧ ਹੋ ਰਿਹਾ ਹੈ। ਬਟ ਜੇ ਓਟੂ ਹੈਡ ਦੀ ਖੁਦਾਈ ਦੀ ਗੱਲ ਕਰੀਏ, ਇਹ ਕਿਸਾਨਾਂ ਦੇ ਹੱਕ ਵਿੱਚ ਹੈ। ਕੁੱਤਾ ਵੱਡ ਫੁੱਲ ਦੀ ਗੱਲ ਕਰੀਏ ਤਾਂ ਇਹ ਕਿਸਾਨਾਂ ਦੇ ਹੱਕ ਵਿੱਚ ਹੈ। ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਕਿਸਾਨ ਐਗਰੀ ਹੋਵੇ ਉਹ ਕੰਮ ਸਰਕਾਰ ਕਰਨ ਦੀ ਬਜਾਏ ਜਿਹਦੇ ਤੇ ਕਿਸਾਨ ਡਿਸਐਗਰੀ ਹੈ ਉਹ ਜ਼ਿਆਦਾ ਕਰਨ ਤੇ ਤਵੱਜੋ ਦੇ ਰਹੀ ਹੈ? ਦੇਖੋ, ਕਿਸਾਨ ਤੇ ਇਹ ਚਾਹੁੰਦਾ ਵੀ ਸਾਡੀ ਜਿਹੜੀ ਫਸਲ ਦਾ ਮੁੱਲ ਵਧਾਇਆ ਜਾਵੇ, MSP ਵਧਾਈ ਜਾਵੇ। ਇਹ MSP ਬਿਲਕੁਲ ਇਹਨਾਂ ਨੇ ਇੱਕ ਕੰਟਰੋਲ ਉੱਥੇ ਕਰ ਦਿੱਤਾ, ਇਸ ਤੋਂ ਉੱਪਰ ਵਧਾਉਂਦੇ ਨਹੀਂ। ਕਿਸਾਨ ਇਹ ਆਈਸਕ੍ਰੀਮ ਖਾਣ ਨੂੰ ਤਿਆਰ ਨਹੀਂ, ਇਹ ਜ਼ਬਰਦਸਤੀ ਕਿਸਾਨ ਨੂੰ ਕਹਿੰਦੇ ਤੂੰ ਆਈਸਕ੍ਰੀਮ ਖਾ, ਸਾਡਾ ਇਹਦੇ ਨਾਲ ਗਲਾ ਖਰਾਬ ਹੋ ਜਾਊਗਾ, ਅਸੀਂ ਇਹ ਆਈਸਕ੍ਰੀਮ ਨਹੀਂ ਖਾਣੀ। ਇਹ ਸਾਰੇ ਕਿਸਾਨ ਭਰਾ ਖੜੇ ਆ, ਇਹਨਾਂ ਚੋਂ ਇੱਕ ਵੀ ਬੰਦਾ ਕਹਿ ਦੇਵੇ ਵੀ ਇਹ ਜਿਹੜੇ ਬਿੱਲ ਆਏ ਆ ਇਹ ਕਿਸਾਨ ਦੇ ਕੀ, ਕਿਸੇ ਬੰਦੇ ਸਮਾਜ ਦੇ ਵੀ ਮਤਲਬ ਇਹ ਵਿਰੋਧੀ ਆ। ਜੇ ਤੁਸੀਂ ਇਹ ਕਹਿ ਦੋ ਕਿ ਤੁਸੀਂ ਇਸ ਬਿੱਲ ਦੇ ਖਿਲਾਫ ਕੋਰਟ ਵਿੱਚ ਨਹੀਂ ਜਾ ਸਕਦੇ, ਫਿਰ ਇਹ ਮੰਨ ਲਓ ਬਿੱਲ ਕਿਵੇਂ ਕਿਸੇ ਦੇ ਮੰਨ ਲਓ ਪੱਖ 'ਚ ਹੋ ਸਕਦਾ? ਇਹ ਕੋਈ ਵੀ ਬਿੱਲ ਜਿਹੜਾ ਆਉਂਦਾ ਹੈ ਉਹ ਸਭ ਤੋਂ ਪਹਿਲਾਂ ਕੀ ਹੈ, ਸੰਵਿਧਾਨ ਦੇ ਅਨੁਰੂਪ ਹੋਣਾ ਚਾਹੀਦਾ। ਇਹ ਬਿੱਲ ਹੈ ਹੀ ਸੰਵਿਧਾਨ ਦੇ ਖਿਲਾਫ, ਬੈਕਡੋਰ ਤੋਂ ਆਏ ਆ, ਅੱਧੇ ਦੇਸ਼ ਲੈ ਕੇ, ਅੱਧੇ ਦੇਸ਼ ਰਾਹੀਂ ਬਿੱਲ ਲਿਆਉਣ ਦੀ ਲੋੜ ਹੀ ਨਹੀਂ ਸੀ। ਇੰਡੀਆ ਦੇ ਵਿੱਚ ਕੋਈ ਆਪਾਤਕਾਲੀਨ ਲੱਗਾ ਨਹੀਂ ਸੀ ਹੋਇਆ, ਸੰਸਦ ਜਦੋਂ ਮਰਜ਼ੀ ਬਹਿ ਸਕਦੀ ਸੀ, ਉੱਥੇ ਵਿਚਾਰ ਵਿਮਰਸ਼ ਕਰਕੇ ਬਿੱਲ ਆ ਸਕਦੇ ਸੀ। ਪਰ ਇਹਨਾਂ ਜਾਣਬੁੱਝ ਕੇ ਬੈਕਡੋਰ ਤੋਂ ਲਿਆਂਦੇ, ਇਸ ਕਰਕੇ ਅਸੀਂ ਇਹਨਾਂ ਦਾ ਬਿਲकुल ਵਿਰੋਧ ਕਰਦੇ ਹਾਂ। चलिए, प्रहलाद सिंह बारूखेड़ा भी अभी यहाँ पे पहुँच चुके हैं, तो इनसे बातचीत करते हैं। प्रहलाद जी, सुनने में आया कि दुष्यंत चौटाला का कार्यक्रम जो है वो कैंसिल हो चुका है, तो आप अभी सिरसा से हैं, क्या अपडेट? कैंसल तो इनको करने ही पड़ेंगे। अब इनकी हिम्मत नहीं बची है कि ये कोई कार्यक्रम कर लें। कल हमने उचाना के अंदर इनके मंडी में प्रोग्राम था, वहाँ पे हम यहाँ से पूरा काफिला लेके गए थे और उचाना की मंडी में से इसको वहाँ से भागना पड़ा बीच में अपना प्रोग्राम छोड़कर। आज इसका अभी पुतला साड़ के आए उसके घर के आगे, उसने पूरी पुलिस बल लगा के, बंकर लगा के इस तरीके से छुपा बैठा है जैसे इसके ऊपर बाहर कोई आतंकी खड़े और हमला करने वाले होंगे। ये डरा हुआ है, इसकी हिम्मत नहीं हो रही है। इसने कार्यक्रम बनाया कि 3 बजे मैं रानिया मंडी जाऊंगा और वहाँ का निरीक्षण करूंगा। हमने कहा आजा देखते हैं तो मंडी के अंदर, वहीं हम जा रहे हैं अभी मंडी के अंदर, और भी साथी वहाँ पे गेट के ऊपर खड़े हैं। इसको मंडी के अंदर घुसने नहीं देंगे। इसके घर के आगे इसको चैलेंज करके आए हैं कि अगर तुम असली हो तो आके दिखा दो मंडी के अंदर। अब ये डर के मारे वहाँ पे आज रानिया नहीं पहुँचेगा। इसने कहा था दुष्यंत चौटाला ने कि अगर MSP से कम कीमत पे कोई फसल बिकेगी तो मैं इस्तीफा दे दूंगा। आज पूरी मंडियों के अंदर, पूरे हरियाणा के अंदर कहीं पर भी फसल जो है MSP पे नहीं बिक रही है। अगर ये अपनी जबान का धनी है तो इसको इस्तीफा दे देना चाहिए। इसके अंदर अगर थोड़ी सी शर्म है तो इसकी अपनी बात कही अनुसार ही इसको इस्तीफा दे देना चाहिए। अब मंडी के अंदर हम जा रहे हैं, इसको मंडी में आने नहीं देंगे चाहे कुछ भी हो जाए। तो यहाँ पे आपको बता दूं कि दुष्यंत चौटाला का जो कार्यक्रम है वो लगभग जो है वो कैंसिल हो चुका है। इसको लेकर के किसानों का कहना है कि दुष्यंत चौटाला अपने ही गृह क्षेत्र में अपने विरोध के चलते ये जो कार्यक्रम है वो उन्होंने कैंसिल किया है, और इसका खामियाजा जो है वो दुष्यंत चौटाला को भुगतना पड़ेगा, क्योंकि दुष्यंत चौटाला से इस्तीफे की मांग लगातार किसान कर रहे हैं कि जो किसानों के खिलाफ, किसानों के लिए जो 3 कृषि अध्यादेश जो लेकर के आई है सरकार, उसके विरोध में खड़े होने की बात लगातार किसान संगठन जो है वो दुष्यंत चौटाला और चौधरी रणजीत सिंह से कर रहे हैं, और वो विरोध में खड़े हुए नहीं हैं। तो ऐसे में
उनका विरोध जो लगातार किसान जो है वो लगातार कर रहे हैं। आज यहाँ से जैसे दुष्यंत चौटाला गुजरते तो उनको विरोध का सामना करना पड़ता, काले झंडे देखने पड़ते, लेकिन अब दुष्यंत चौटाला का कार्यक्रम स्थगित हो चुका है। तो किसानों का कहना है कि भले ही उनका कार्यक्रम स्थगित हो चुका हो, लेकिन ये यहाँ पे 4 से 5-6 बजे तक यहाँ पे बैठे रहेंगे, खड़े रहेंगे। जैसे ही यहाँ से निकलेंगे, जब भी निकलेंगे, उनका विरोध अवश्य किया जाएगा। अब ऐसे में अगर बात करूँ तो किसानों का साफ तौर पे यही कहना है कि जो चीज़ किसान नहीं लेना चाहते वो चीज़ सरकार उन्हें ज़बरदस्ती जानबूझ करके देना चाहती है। तो ये एक तानाशाह वाला रवैया जो है वो सरकार अपना रही है। जो चीज़ किसान, जिस काम को किसान जो है वो करना चाहते हैं, जो करवाना चाहते हैं, वो काम जो है वो सरकार नहीं कर रही है। तो ऐसे में कुल मिलाकर के अगर कहना चाहूँ तो सरकार के और दुष्यंत चौटाला के काफ़ी खिलाफ किसान हमें दिखाई दे रहे हैं। कैमरा सहयोगी सुनील के साथ रमेश जाखड़ के हरियाणा।